ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਤੇ ਅੱਜ ਦੀ ਇਸ ਵਿਚਾਰ ਨੂੰ ਸ਼ੁਰੂ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤਕਰੀਬਨ 1 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ 400 ਸਾਲਾ ਗੁਰਪੁਰਬ 1 ਮਈ ਨੂੰ ਪੂਰੇ ਸੰਸਾਰ ਦੇ ਵਿੱਚ ਗੁਰੂ ਪਾਤਸ਼ਾਹ ਨੂੰ ਪਿਆਰ ਕਰਨ ਵਾਲੀ ਸੰਗਤ ਵੱਲੋਂ ਸਾਂਝੇ ਰੂਪ 'ਚ ਮਨਾਇਆ ਜਾਏਗਾ। ਤੇ ਗੁਰਪੁਰਬ ਦੀ ਲੜੀ ਦੇ ਵਿੱਚ ਇਸ ਨੂੰ ਮਨਾਉਣ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਾਤਸ਼ਾਹ ਜੀ ਦੇ ਜੀਵਨ ਦੇ ਨਾਲ, ਉਹਨਾਂ ਦੀ ਬਾਣੀ ਦੇ ਨਾਲ ਸੰਬੰਧਿਤ ਇੱਕ ਵਿਚਾਰ ਚਰਚਾ ਸ਼ੁਰੂ ਕੀਤੀ ਗਈ ਸੀ, ਜਿਸ ਦੇ ਜਿਹੜੇ 5 ਲੈਕਚਰ ਨੇ ਉਹ ਪੂਰੇ ਹੋ ਚੁੱਕੇ ਨੇ। ਤੇ ਅੱਜ ਗੁਰੂ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ ਅਸੀਂ ਜਿਹੜਾ 6ਵਾਂ ਲੈਕਚਰ ਹੈਗਾ ਆ ਉਹਦੇ ਬਾਰੇ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਅੱਜ ਦਾ ਜਿਹੜਾ ਵਿਚਾਰ ਚਰਚਾ ਹੋਏਗੀ ਇਹ ਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਬਾਰੇ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 6 ਗੁਰੂ ਸਾਹਿਬਾਨ ਦੀ ਬਾਣੀ ਦਰਜ ਆ, ਜਿਹਦੇ ਵਿੱਚ ਪਹਿਲੇ 5 ਗੁਰੂ ਸਾਹਿਬਾਨ ਤੇ ਬਾਅਦ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ। ਗੁਰੂ ਪਾਤਸ਼ਾਹ ਦੀ ਸਮੁੱਚੀ ਬਾਣੀ ਬਾਰੇ ਘੱਟ ਸਮੇਂ ਵਿੱਚ ਜਾਣਨਾ ਜਾਂ ਵੈਸੇ ਵੀ ਸਮਾਂ ਹੋਏ ਉਸ ਬਾਰੇ ਪੂਰਾ ਜਾਣਨਾ ਇਹ ਮਨੁੱਖੀ ਭੌਤਿਕਤਾ ਦੇ ਘੇਰੇ ਦੇ ਵਿੱਚ ਨਹੀਂ ਆ ਸਕਦਾ, ਕਿਉਂਕਿ ਬਾਣੀ ਅਥਾਹ ਸਮੁੰਦਰ ਆ। ਤੇ ਉਸ ਬੇਅੰਤ ਖਜ਼ਾਨੇ ਦੇ ਵਿੱਚੋਂ ਅਸੀਂ ਕੁਝ ਮੋਤੀ ਚੁਗਣ ਦਾ ਜਿਹੜਾ ਅੱਜ ਉਪਰਾਲਾ ਕਰਾਂਗੇ ਕਿ ਗੁਰੂ ਪਾਤਸ਼ਾਹ ਨੇ ਕਿੰਨੇ ਰਾਗਾਂ ਦੇ ਵਿੱਚ ਆਪਣੀ ਜਿਹੜੀ ਆ ਬਾਣੀ ਉਚਾਰੀ। ਸਭ ਤੋਂ ਪਹਿਲਾਂ ਗੁਰੂ ਪਾਤਸ਼ਾਹ ਨੇ 15 ਰਾਗਾਂ ਦੇ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਪਣੀ ਬਾਣੀ ਉਚਾਰੀ। ਉਹਨਾਂ ਦੀ ਬਾਣੀ ਰਾਗ ਗੌੜੀ ਤੋਂ ਸ਼ੁਰੂ ਹੁੰਦੀ ਆ, ਉਹ ਰਾਗ ਜਿਹਦੇ ਵਿੱਚ ਪੰਚਮ ਪਾਤਸ਼ਾਹ ਨੇ ਸੁਖਮਨੀ ਸਾਹਿਬ ਨੂੰ ਦਰਜ ਕੀਤਾ ਆ। ਤੇ ਉਸ ਤੋਂ ਬਾਅਦ ਇੱਕ ਰਾਗ ਜੈ ਜੈਵੰਤੀ ਗੁਰੂ ਪਾਤਸ਼ਾਹ ਨੇ ਨਵਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਚਾਰਨ ਕੀਤਾ। ਉਸ ਰਾਗ ਦੇ ਵਿੱਚ ਬਾਣੀ ਉਚਾਰਨ ਕੀਤੀ। ਕਹਿਣ ਤੋਂ ਭਾਵ ਕਿ ਰਾਗ ਜੈ ਜੈਵੰਤੀ ਦੇ ਵਿੱਚ ਨਾ ਕਿਸੇ ਭਗਤ ਸਾਹਿਬਾਨ ਦੀ ਤੇ ਨਾ ਕਿਸੇ ਗੁਰੂ ਸਾਹਿਬਾਨ ਦੀ ਬਾਣੀ ਦਰਜਿਆ, ਕੇਵਲ ਤੇ ਕੇਵਲ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਦਰਜਿਆ। ਤੇ ਤਕਰੀਬਨ ਜਿਹੜੇ ਹੈਗੇ ਆ ਉਹਨਾਂ ਦੇ ਟੋਟਲ ਜਿਹੜੇ ਆ ਉਹ 59 ਸ਼ਬਦ ਤੇ 57 ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਨੇ। ਜੇ ਅਸੀਂ ਸਮੁੱਚੀ ਬਾਣੀ ਨੂੰ ਪੜ੍ਹਨਾ ਹੋਏ ਗੁਰੂ ਪਾਤਸ਼ਾਹ ਦੀ ਨੂੰ, ਤੇ ਤਕਰੀਬਨ ਸਾਨੂੰ 1 ਘੰਟੇ ਤੋਂ ਜ਼ਿਆਦਾ ਸਮਾਂ ਨਹੀਂ ਲੱਗੇਗਾ ਸਾਧ ਸੰਗਤ ਜੀ। ਤੇ ਗੁਰੂ ਪਾਤਸ਼ਾਹ ਦੇ ਜਿਹੜੇ ਸਲੋਕ ਹੁੰਦੇ ਆ ਉਹ ਸੰਗਤ ਜਦੋਂ ਭੋਗ ਹੁੰਦਾ ਉਦੋਂ ਬੜੇ ਪਿਆਰ ਦੇ ਨਾਲ ਜਦੋਂ ਸਾਡੇ ਗਿਆਨੀ ਸਾਹਿਬਾਨ ਉਚਾਰਨ ਕਰਦੇ ਨੇ ਤੇ ਨਾਲ ਨਾਲ ਉਚਾਰਨ ਵੀ ਕਰਦੇ ਨੇ। ਪਰ ਮਾਫ਼ ਕਰਨਾ, ਗੁਰੂ ਪਾਤਸ਼ਾਹ ਦੀ ਬਾਣੀ ਕੇਵਲ ਭੋਗ ਤੇ ਉਚਾਰਨ ਵਾਸਤੇ ਨਹੀਂ ਹੈਗੀ, ਇਹ ਬਾਣੀ ਸਾਡੀ ਜੀਵਨ ਜਾਚ ਹੈ। ਤੇ ਉਸ ਬਾਣੀ ਦੇ ਵਿੱਚੋਂ ਅੱਜ ਕੁਝ ਜਿਹੜੇ ਤੱਥ ਨੇ, ਕੁਝ ਜਿਹੜੇ ਮੋਤੀ ਨੇ, ਉਹ ਚੁਗਣ ਦਾ ਇੱਕ ਨਿਮਾਣਾ ਜਿਹਾ ਯਤਨ ਕਰਾਂਗੇ। ਜਦੋਂ ਗੁਰੂ ਪਾਤਸ਼ਾਹ ਆਪਣੀ ਬਾਣੀ ਸ਼ੁਰੂ ਕਰਦੇ ਨੇ ਰਾਗ ਗੌੜੀ ਦੇ ਵਿੱਚ, ਤੇ ਸਭ ਤੋਂ ਜਿਹੜਾ ਪਹਿਲਾ ਉਪਦੇਸ਼ ਦਿੰਦੇ ਨੇ ਮਾਨਵਤਾ ਨੂੰ, ਉਹ ਆ ਸਾਧੋ ਮਨ ਕਾ ਮਾਨ ਤਿਆਗੋ, ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਤੇ ਇਹ ਨਿਸਭਾਗੋ। ਸਭ ਤੋਂ ਪਹਿਲੀ ਜਿਹੜੀ ਤਾਕੀਦ ਗੁਰੂ ਪਾਤਸ਼ਾਹ ਨੇ ਕੀਤੀ ਆ ਕਿ ਆਪਣੇ ਮਨ ਦਾ ਮਾਨ ਤਿਆਗ। ਸਾਰਿਆਂ ਨੂੰ ਪਤਾ ਹੋਏਗਾ ਕਿ ਗੁਰਬਾਣੀ ਦੇ ਵਿੱਚ ਸਾਡਾ ਜਿਹੜਾ ਜੀਵਨ ਉਦੇਸ਼ ਆ ਸਚਿਆਰ ਬਣਨ ਦਾ, ਉਸ ਵਾਹਿਗੁਰੂ ਨੂੰ ਪਾਉਣ ਦਾ, ਉਸ ਜੀਵਨ ਯਾਤਰਾ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਾਡੇ ਮਨ ਦੇ ਅੰਦਰ, ਸਾਡੇ ਅੰਦਰ ਘਰ ਕਰਕੇ ਬੈਠੀਆਂ ਨੇ, ਉਹਨਾਂ ਨੂੰ ਛੱਡਣਾ ਪੈਣਾ ਤੇ ਬਹੁਤ ਸਾਰੇ ਗੁਣਾਂ ਨੂੰ ਧਾਰਨ ਕਰਨਾ ਪੈਣਾ ਹੈ। ਬਿਨ ਗੁਣ ਕੀਤੇ ਭਗਤ ਨਾ ਹੋਏ, ਪੜ੍ਹਦੇ ਹਾਂ ਅਸੀਂ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਰੋਜ਼। ਤੇ ਗੁਰੂ ਪਾਤਸ਼ਾਹ ਪਹਿਲੀ ਤਾਕੀਦ ਕਰਦੇ ਨੇ ਮਨ ਦਾ ਮਾਨ ਤਿਆਗ, ਕਿ ਇਸ ਮਨ ਦੇ ਵਿੱਚ ਨਾ ਇੱਕ ਹੰਕਾਰ ਦੀ ਪਰਤ ਚੜੀ ਹੋਈ ਆ, ਉਸ ਨੂੰ ਛੱਡ ਪਹਿਲਾਂ। ਕਿ ਇਨਸਾਨ ਆਪਣੇ ਆਪ ਨੂੰ ਵੱਡਾ ਸਮਝਦਾ, ਦੂਸਰੇ ਨੂੰ ਛੋਟਾ ਸਮਝਦਾ। ਆਪਸ ਕੋ ਦੀਰਘ ਕਰ ਜਾਣੇ ਔਰਨ ਕੋ ਲਗ ਮਾਤ, ਕਿ ਆਪਣੇ ਆਪ ਨੂੰ ਵੱਡਾ ਸਮਝਣਾ ਤੇ ਛੋਟੇ ਨੂੰ, ਅਗਲੇ ਨੂੰ ਛੋਟਾ ਸਮਝਣਾ। ਗੁਰੂ ਪਾਤਸ਼ਾਹ ਨੇ ਇਸ ਦੀ ਬਿਲਕੁਲ ਜਿਹੜੀ ਆ ਉਹ ਸਾਨੂੰ ਹੁਕਮ ਨਹੀਂ ਕੀਤਾ ਕਿ ਇਸ ਤਰ੍ਹਾਂ ਦੀ ਜਿਹੜੀ ਬਿਰਤੀ ਸਾਡੇ ਅੰਦਰ ਹੋਣੀ ਚਾਹੀਦੀ ਹੈ। ਸਾਧੋ ਮਨ ਕਾ ਮਾਨ ਤਿਆਗੋ, ਸਭ ਤੋਂ ਪਹਿਲਾਂ ਸਾਨੂੰ ਆਪਣੇ ਆਪ ਨੂੰ ਜਾਣਨਾ ਪਏਗਾ ਕਿ ਸਾਡੇ ਮਨ ਦੇ ਉੱਤੇ ਕਿਸ ਚੀਜ਼ ਦੀ ਪਰਤ ਚੜੀ ਹੋਈ ਆ। ਕਿਉਂਕਿ ਮਨੁੱਖ ਬੜੇ ਗੁਣਾਂ ਕਰਕੇ, ਬੜੀਆਂ ਗੱਲਾਂ ਕਰਕੇ ਆਪਣੇ ਆਪ ਨੂੰ ਹੰਕਾਰੀ ਸਮਝਣਾ ਸ਼ੁਰੂ ਕਰ ਦਿੰਦਾ ਹੈ। ਗੁਰਬਾਣੀ ਦਾ ਫਰਮਾਨ ਆ, ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੇ ਨਾ ਨਾਸੀ। ਕਿ ਮੈਂ ਬੜਾ ਵੱਡਾ ਕਵੀ ਆ, ਮੈਂ ਬਹੁਤ ਗਿਆਨਵਾਨ ਆ। ਗੁਰੂ ਪਾਤਸ਼ਾਹ ਕਹਿੰਦੇ ਇਸ ਕਰਕੇ ਮਨੁੱਖ ਦੇ ਅੰਦਰ ਕਈ ਵਾਰੀ ਹੰਕਾਰ ਆ ਜਾਂਦਾ ਆ। ਗਿਆਨ ਦਾ ਹੋਣਾ, ਕਿਸੇ ਗੁਣ ਦਾ ਹੋਣਾ ਮਾੜਾ ਨਹੀਂ, ਪਰ ਗੁਣ ਕਰਕੇ ਹੰਕਾਰੀ ਬਣ ਜਾਣਾ, ਗੁਰੂ ਪਾਤਸ਼ਾਹ ਨੇ ਇਸ ਨੂੰ ਬਿਲਕੁਲ ਨਕਾਰਿਆ ਬਾਣੀ ਦੇ ਵਿੱਚ। ਤੇ ਮਾਫ਼ ਕਰਨਾ, ਗੁਰੂ ਪਾਤਸ਼ਾਹ ਕਹਿੰਦੇ ਬੰਦੇ ਨੂੰ ਇਕੱਲਿਆ ਦੁਨਿਆਵੀ ਗੁਣਾਂ ਦਾ ਨਹੀਂ, ਧਰਮ ਦਾ ਵੀ ਹੰਕਾਰ ਹੋ ਜਾਂਦਾ ਆ। ਹਮ ਪੰਡਤ ਹਮ ਜੋਗੀ
सन्यासी, मैं बहुत वड्डा विद्वान आ, मेरे तो वध कोई जानता नहीं। इस तरह का हंकार भी इंसान नूं हो जाता है। मैं जोगी हाँ, मैं सन्यासी हाँ, मैं धर्म के मार्ग पर चल रहा। जो इस तरह की बिरती इंसान दे विच आ जाएगी तो वह धर्म के रस्ते उत्ते चलदा होया भी धर्म का रस्ता उस लिए जहर बन जाएगा। इसलिए इन्हां चीज़ों सब तो पहला छड्डण दी, मन का मान त्यागण की गुरु पातशाह ने ताकीद की है सानू बाणी दे विच। फिर अगे कहते ने काम क्रोध संगत दुर्जन की ताते अहनिस भागो, कि माड़ी संगत दे विच जदों कोई पै जाए तो माफ़ करना, बच्चा जो जवान हुंदा तो माँ प्यो बड़े सुचेत हुंदे ने कि बच्चा किस तरह की संगत विच जा रहा है। जे बच्चा माड़ी संगत विच होवे तो माँ प्यो नूं एक चिंता शुरू हो जाती है कि माड़ी संगत विच जाके इसका जीवन खत्म ना हो जाए। दुर्जन की जिहड़ी संगत आ, माँ प्यो उसनूं छड्डण दी कोशिश कराउंदे ने। पर गुरु पातशाह का जिहड़ा संबंध आ कल्ला बाहरी संगत नाल नहीं हैगा, साडे अंदर दी जिहड़ी संगत आ, जिहड़े थॉट साडे अंदर चलदे ने, वो थॉट किस तरह दे ने, उन्हां दा संबंध किन्ना दे नाल आ, गुरु पातशाह उहदे वल्लों भी सुचेत करते हैं। काम क्रोध संगत दुर्जन की, कि हुण अंदर दी संगत की आ, काम नाल क्रोध नाल, ते माफ़ करना ये सिर्फ गुरु पातशाह की पकड़ विच आउंदे ने, ये किसी आम मनुख की पकड़ च नहीं आउंदे। ते गुरु पातशाह इन्हां नूं भी छड्डण दी ताकीद करदे ने बाणी दे विच। काम क्रोध संगत दुर्जन की तांते अहनिस भागो, दिन ते रात तो इन्हां वल्लों सुचेत रह। सब तो पहला जिहड़ा विचार है अज मन दे बारे आ, ते अगे बादशाह मन बारे कहंदे ने साधो ये मन गहिओ ना जाई, कि मन नूं कहना, मन नूं पकड़ दे विच रखना, इसनूं फड़न की कोशिश करनी, ये बहुत असंभव है। कबीर मन पंखी प्यो उड उड दह दिस जाए, कि मन का जिहड़ा सुभाव है पंछी की तरह आ, जिवें पंछी पता नहीं हुंदा एक टाणी ते बैठिया ते दूजी टाणी ते उन्हें कित्थे उड के बहना आ, इस तरह साडे मन का भी नहीं पता कि हुण इहदे विच किहड़ा विचार चल रहा आ ते अगला विचार किहड़ा आएगा। इसनूं फड़ना बहुत औखा है, क्योंकि इहदा सुभाव है चंचल तृष्णा संग बस्त है। चंचल यह मन चंचल वस ना आवे, चंचल हुंदा जिहड़ी चीज़ चलदी जाए, चलना जिहदे विच रोक नहीं हैगी, जिहड़ी कंटिन्यू चलदी जा रही आ ते जिहदे विच स्थिरता नहीं हैगी। चंचल तृष्णा, तृष्णा प्यास नूं भी कहिंदे ने कि इहदे विच इन्नी प्यास लगी हुई आ, एक इहदी आस पूरी हुंदी ते दूसरी अगों तैयार हो जाती है। चंचल तृष्णा संग बस्त है, याते फिर ना रहाई, थिर कर बैसो हर जन प्यारे। इसनूं स्थिरता दे विच लैके आउणा, इहदे विच टिकाऊ लैके आउणा, ते इहदी जिहड़ी चंचलता आ उसनूं खत्म करना। गुरु पातशाह कहंदे फिर जाके साडा जीवन जिहड़ा आ वो सफला हो सकदा आ। ते इस दे नाल ही जिहड़ा अगला मन का सुभाव गुरु पातशाह ने सानूं दस्सिया, वो कूकर दे नाल, कूकर दी पूछ दे नाल, स्वान पूछ ज्यों होए ना सूधो कहिओ ना कान धरे, कि मन का जिहड़ा सुभाव है कुकर की पूछ की तरह है। जिवें कहंदे कुकर की पूछ नूं सिद्धा करना बहुत औखा हुंदा ना, ते हुंदी नहीं सिद्धी, पर मन सेधिया जा सकदा आ, क्योंकि गुरु की नज़र दे विच, गुरु की किरपा दे विच इन्नी ताकत हैगी है। मन का जिहड़ा बेसिक स्वरूप आ, जिहड़ा इहदा मूल आ, वो जोत स्वरूप आ। मन तू जोत स्वरूप है अपना मूल पछाण, पर इस मन को जन्म जन्म की मल लागी। इस जन्म का नहीं, गुरु पातशाह कहते पता नहीं किन्ने जन्मां का ये जिहड़ा मन आ ये काला होया बैठा आ, इसनूं धोना पैना आ। इसलिए असीं रोज़ नितनेम करते हैं, बाणी पढ़ते हैं, तो गुरु पातशाह कहते इनूं नित धो, क्योंकि इस दे उत्ते जे जिन्ना दाग गाढ़ा हो जाएगा उन्होंने लाउणा भी उन्ना ही औखा हुंदा है। पर ये मत पापा के संग ओह धोपै नावे के रंग। पर गुरु पातशाह ने यदा इलाज दसता कि इस मन नूं हुण सोधिया किस तरह जाना, क्योंकि गुरु पातशाह पहला गुरबाणी दे विच जे असीं पढ़ के देखिए पहला समस्या की गल करते हैं, तो फिर समस्या का हल भी दसते हैं। हल की आ, कहो नानक भज राम नाम नित, शब्द नित आ कि आ नहीं कि 31 दसंबर नूं गुरु घर आ गए तो फिर अगली बारी कदों आना, जदों अगला 31 दसंबर होएगा। ये नित की प्रैक्टिस आ, साडी नित की मर्यादा आ, सानू गुरु पातशाह ने नितनेम दिता आ। ये सारियां चीज़ां साडे जीवन लई उन्नियां ही जरूरी ने जिवें सानू जिउंदे रहण दे लई साह ते भोजन की लोड़ है। जाते काज सरे, फिर इस तरीके दे नाल जिहड़ा हैगा आ वो साडा जिहड़ा जीवन आ वो सफला हो जाएगा। ते गुरबाणी की तकीद आ, अमृत नाम परमेसर तेरा जो सिमरे सो जीवे। जीवना सिर्फ साहां दा लैना जीवना नहीं हुंदा,
ਆਤਮਿਕ ਤੌਰ ਤੇ ਵੀ ਜਿਉਣਾ ਗੁਰਬਾਣੀ ਦੇ ਵਿੱਚ ਜੀਵਨ ਮੰਨਿਆ ਗਿਆ। ਤੇ ਜਿਹੜਾ ਆਤਮਿਕ ਤੌਰ ਤੇ ਪਰਮਾਤਮਾ ਨੂੰ ਭੁੱਲ ਜਾਂਦਾ ਆ, ਗੁਰੂ ਪਾਤਸ਼ਾਹ ਕਹਿੰਦੇ ਫਿਰ ਆਖਾਂ ਜੀਵਾਂ ਵਿਸਰੇ ਮਰ ਜਾਉ। ਜਦੋਂ ਮੈਂ ਜੀਂਦਾ ਆ, ਜਦੋਂ ਮੈਂ ਵਾਹਿਗੁਰੂ ਨੂੰ ਯਾਦ ਕਰਦਾ ਆ, ਉਹੀ ਮੇਰਾ ਜੀਵਨ ਹੈ। ਜਦੋਂ ਮੈਂ ਭੁੱਲ ਜਾਣਾ ਤੇ ਉਹ ਸਮਾਂ, ਉਹ ਪਲ ਮੇਰੇ ਲਈ ਮੌਤ ਦੇ ਸਮਾਨ ਹੈ। ਤੇ ਮਨ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਜੀਵਨ ਦੇ ਜਿਹੜੇ ਰਿਸ਼ਤੇ ਆ ਨਾ, ਸਾਨੂੰ ਉਹਨਾਂ ਬਾਰੇ ਵੀ ਬਾਣੀ ਦੇ ਵਿੱਚ ਬਹੁਤ ਚੰਗੀ ਤਰੀਕੇ ਨਾਲ ਸਮਝਾਇਆ ਹੈ। ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ ਮੀਤ। ਕਿ ਪ੍ਰੀਤ ਸ਼ਬਦ ਗੁਰੂ ਪਾਤਸ਼ਾਹ ਵਰਤ ਰਹੇ ਨੇ, ਪਰ ਪ੍ਰੀਤ ਝੂਠੀ ਨਹੀਂ ਹੁੰਦੀ। ਪਰ ਗੁਰੂ ਪਾਤਸ਼ਾਹ ਨੇ ਜਦੋਂ ਸਾਡੇ ਦੁਨਿਆਵੀ ਜੀਵਾਂ ਦੇ ਲਈ ਵਰਤੀ ਆ ਨਾ, ਗੁਰੂ ਪਾਤਸ਼ਾਹ ਕਹਿੰਦੇ ਇਹਦੇ ਵਿੱਚ ਸੱਚ ਨਜ਼ਰ ਨਹੀਂ ਆਉਂਦਾ, ਇਹ ਝੂਠੀ ਪ੍ਰੀਤੀ ਆ, ਸੱਚ ਤੇ ਖੜੀ ਹੈ ਨਹੀਂ। ਕਿਉਂਕਿ ਸੱਚ ਉਹ ਹੁੰਦਾ ਜਿਹੜਾ ਅੱਜ ਤੇ ਹਰ ਸਮੇਂ, ਜਿਹੜਾ ਅੱਜ ਵੀ ਸੱਚ ਆ ਤੇ ਉਹ ਕੱਲ ਵੀ ਸੱਚ ਰਹੇ। ਦੁਨੀਆ ਰਹੇ ਨਾ ਰਹੇ, ਸੱਚ ਨੇ ਹਮੇਸ਼ਾ ਇੱਕੋ ਜਿਹਾ ਸਥਿਰ ਰਹਿਣਾ। ਜਿਵੇਂ ਸਾਡੇ ਗੁਰੂ ਘਰ ਦੇ ਕੀਰਤਨੀਏ ਸ਼ਬਦ ਗਾਇਨ ਕਰ ਰਹੇ ਸਨ, ਹਮ ਪਾਪੀ ਤੂੰ ਬਖਸ਼ਣਹਾਰ। ਕਿ ਵਾਹਿਗੁਰੂ ਪਾਪੀਆਂ ਨੂੰ ਬਖਸ਼ਣਹਾਰ ਆ, ਉਹ ਅੱਜ ਵੀ ਬਖਸ਼ਣਹਾਰ ਆ ਤੇ ਉਹ ਹਜ਼ਾਰਾਂ ਸਾਲ ਲੱਖਾਂ ਸਾਲ ਬਾਅਦ ਵੀ ਬਖਸ਼ਣਹਾਰ ਹੀ ਰਹੇਗਾ। ਉਹ ਅੱਜ ਵੀ ਪਿਆਰ ਕਰਨ ਵਾਲਾ ਤੇ ਹਜ਼ਾਰਾਂ ਸਾਲ ਬਾਅਦ ਵੀ ਪਿਆਰ ਕਰਨ ਵਾਲਾ ਰਹੇਗਾ। ਪਰ ਜਦੋਂ ਅਸੀਂ ਦੁਨਿਆਵੀ ਰਿਸ਼ਤੇ ਦੇਖਦੇ ਹਾਂ ਕਿ ਬਚਪਨ ਦੇ ਵਿੱਚ ਜਿਹੜੇ ਮਾਂ ਪਿਓ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਜਦੋਂ ਬੱਚੇ ਵੱਡੇ ਹੋ ਜਾਂਦੇ ਫਿਰ ਬੱਚੇ ਦਾ ਬਚਪਨ ਦੇ ਵਿੱਚ ਤੇ ਪੂਰਾ ਪਿਆਰ ਹੁੰਦਾ, ਪਰ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਪਿਆਰ ਖਤਮ ਹੋ ਜਾਂਦਾ। ਫਿਰ ਉੱਥੇ ਸਾਨੂੰ ਪਤਾ ਲੱਗਦਾ ਹੈ ਪਿਆਰ ਸੱਚਾ ਨਹੀਂ ਸੀ ਹੈਗਾ। ਕਿਉਂਕਿ ਜੇ ਸੱਚਾ ਹੁੰਦਾ ਤੇ ਇਹਦੇ ਵਿੱਚ ਕਦੇ ਵੀ ਬਦਲਾਵ ਨਹੀਂ ਸੀ ਹੋਣਾ ਚਾਹੀਦਾ। ਜਦੋਂ ਅਸੀਂ ਪਰਮਾਤਮਾ ਨੂੰ ਕਹਿੰਦੇ ਹਾਂ ਨਾ, ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ, ਇੱਕ ਤੇ ਉਹ ਸਦਾ ਥਿਰ ਰਹੇਗਾ ਤੇ ਉਹਦੇ ਗੁਣਾਂ ਦੇ ਵਿੱਚ ਕਦੇ ਵੀ ਕੋਈ ਬਦਲਾਵ ਨਹੀਂ ਆਏਗਾ। ਪਰ ਜਦੋਂ ਅਸੀਂ ਦੁਨਿਆਵੀ ਪੱਧਰ ਤੇ ਦੇਖਦੇ ਹਾਂ ਕਿ ਸਾਡੇ ਰਿਸ਼ਤੇ ਵਿਆਹ ਤੋਂ 1-2 ਸਾਲ ਬਾਅਦ ਤੇ ਬੜੇ ਪਿਆਰ ਨਾਲ ਜਿਹੜੇ ਪਤੀ ਪਤਨੀ ਨੇ ਆਪਣੇ ਸੰਬੰਧ ਕਾਇਮ ਰੱਖਦੇ ਨੇ, ਪਰ ਬਾਅਦ ਵਿੱਚ ਕੀ ਹੋ ਜਾਂਦਾ ਪਿਆਰ ਨੂੰ? ਕਿਉਂਕਿ ਉਹ ਪਿਆਰ ਸੱਚ ਤੇ ਆਧਾਰਿਤ ਨਹੀਂ ਹੈਗਾ। ਇਸ ਲਈ ਗੁਰੂ ਪਾਤਸ਼ਾਹ ਦਾ ਫਰਮਾਨ ਆ, ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ, ਕਿਆ ਦਾਰਾ ਕਿਆ। ਕਿ ਸਾਡਾ ਰਿਸ਼ਤਾ ਜਿਹੜਾ ਆ ਇਨਸਾਨ ਨਾਲ ਨਹੀਂ ਹੈਗਾ, ਇਨਸਾਨ ਦੇ ਸੁੱਖਾਂ ਦੇ ਨਾਲ ਆ। ਉਹ ਕੋਈ ਵੀ ਰਿਸ਼ਤਾ ਆ, ਤੇ ਜਦੋਂ ਸੁੱਖਾਂ ਦੇ ਨਾਲ ਰਿਸ਼ਤਾ ਹੋਏਗਾ, ਜਦੋਂ ਤੱਕ ਤੇ ਸੁੱਖ ਕਾਇਮ ਨੇ ਉਹ ਰਿਸ਼ਤਾ ਕਾਇਮ ਆ। ਜਿੱਦਣ ਸੁੱਖ ਦੁੱਖ ਵਿੱਚ ਬਦਲ ਗਏ ਉਸ ਦਿਨ ਰਿਸ਼ਤਾ ਵੀ ਟੁੱਟ ਜਾਏਗਾ। ਤੇ ਅੱਗੇ ਗੁਰੂ ਪਾਤਸ਼ਾਹ ਦਾ ਹੁਕਮ ਆ, ਦਾਰਾ ਮੀਤ ਪੂਤ ਸੰਬੰਧੀ ਸਗਰੇ ਧਨ ਸਿਉ ਲਾਗੇ, ਜਬ ਹੀ ਨਿਰਤਨ ਦੇਖਿਓ ਨਰਕੋ ਸੰਗ ਛਾੜ ਸਭ ਭਾਗੇ। ਕਿ ਪੈਸੇ ਦੇ ਨਾਲ ਰਿਸ਼ਤਾ ਇੱਕ ਸੁੱਖ ਦੇ ਨਾਲ ਆ, ਦੂਸਰਾ ਪੈਸਾ ਬਹੁਤ ਵੱਡੀ ਤਾਕਤ ਹੈ ਇਸ ਸੰਸਾਰ ਦੇ ਵਿੱਚ। ਤੇ ਜਿੰਨਾ ਚਿਰ ਤੱਕ ਪੈਸਾ ਕੋਲ ਹੈਗਾ ਆ, ਇਨਸਾਨ ਦਾ ਰਿਸ਼ਤਾ ਜੁੜਿਆ। ਜਿਸ ਦਿਨ ਪੈਸਾ ਮੁੱਕ ਗਿਆ ਉਸ ਦਿਨ ਰਿਸ਼ਤਾ ਵੀ ਟੁੱਟ ਗਿਆ। ਗੁਰੂ ਨਾਨਕ ਪਾਤਸ਼ਾਹ ਦੀ ਸਾਖੀ ਭਾਈ ਲਾਲੋ ਤੇ ਮਲਕ ਭਾਗੋ ਵਾਲੀ ਸਾਰਿਆਂ ਨੂੰ ਯਾਦ ਹੋਏਗੀ। ਉਹਦੇ ਵਿੱਚ ਜਿਹੜੀ ਇੱਕ ਉਹਦੀ ਇੰਟਰਪ੍ਰੀਟੇਸ਼ਨ ਆ ਕਿ ਗੁਰੂ ਪਾਤਸ਼ਾਹ ਭਾਈ ਲਾਲੋ ਦੇ ਘਰ ਬੈਠੇ ਨੇ, ਜਿਹੜਾ ਉਸ ਪਿੰਡ ਦੇ ਵਿੱਚ ਇੱਕ ਸੱਚੀ ਸੁੱਚੀ ਕਿਰਤ ਕਰਨ ਵਾਲਾ ਗੁਰਸਿੱਖ ਆ ਤੇ ਪੈਸੇ ਪੱਖੋਂ ਸਭ ਤੋਂ ਗਰੀਬ ਆ। ਤੇ ਬਾਕੀ ਜਿੰਨੇ ਵੀ ਉਸ ਇਲਾਕੇ ਦੇ ਸਾਧੂ ਸੰਤ ਨੇ ਜਾਂ ਇਲਾਕੇ ਦੇ ਲੋਕ ਨੇ, ਉਹ ਕਿਹਦੇ ਘਰ ਬੈਠੇ ਨੇ? ਮਲਕ ਭਾਗੋ ਦੇ। ਗੁਰੂ ਨਾਨਕ ਪਾਤਸ਼ਾਹ ਨੇ ਸੱਚੇ ਸੁੱਚੇ ਗੁਰਸਿੱਖਾਂ ਨੂੰ ਆਪਣੇ ਗੱਲ ਨਾਲ ਲਾਇਆ। ਉਹਨਾਂ ਇਹ ਨਹੀਂ ਦੇਖਿਆ ਕਿ ਇਹ ਅਮੀਰ ਆ ਜਾਂ ਗਰੀਬ ਆ, ਪਰ ਸਾਡੇ ਜੀਵਨ ਦੇ ਜਿਹੜੇ ਪੈਰਾਮੀਟਰ ਨੇ ਉਸ ਤਰ੍ਹਾਂ ਦੇ ਹੁੰਦੇ ਨੇ। ਅਸੀਂ ਜੇ ਇਨਸਾਨ ਅਮੀਰ ਆ ਤੇ ਉਸ ਦੇ ਨਾਲ ਦੂਰ ਤੋਂ ਵੀ ਜਾ ਕੇ ਆਪਣਾ ਰਿਸ਼ਤਾ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿ ਇਹ ਬੰਦਾ ਮੈਨੂੰ ਚੰਗੀ ਤਰ੍ਹਾਂ ਜਾਣਦਾ, ਮੇਰੇ ਸੰਬੰਧ ਇਹਦੇ ਨਾਲ ਚੰਗੇ ਨੇ। ਤੇ ਜਿਸ ਦਿਨ ਉਸ ਇਨਸਾਨ ਕੋਲ ਪੈਸਾ ਖਤਮ ਹੋ ਗਿਆ, ਉਸ ਦਿਨ ਅਸੀਂ ਉਹਦੇ ਕੋਲ ਖਲੋਣਾ ਵੀ ਜਿਹੜਾ ਆ ਪਸੰਦ ਨਹੀਂ ਕਰਦੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਦੋਂ ਚਮਕੌਰ ਦੀ ਗੜੀ ਛੱਡ ਕੇ ਜਾਂਦੇ ਨੇ, ਤੇ ਬਹੁਤ ਸਾਰੇ ਗੁਰੂ ਪਾਤਸ਼ਾਹ ਦੇ ਸ਼ਰਧਾਲੂ ਇਸ ਤਰ੍ਹਾਂ ਦੇ ਨੇ ਜਿਨ੍ਹਾਂ ਨੇ ਗੁਰੂ ਪਾਤਸ਼ਾਹ ਦੇ ਲਈ ਆਪਣੀ ਜਾਨ ਖਤਰੇ ਵਿੱਚ ਪਾਈ, ਤੇ ਕਈ ਉਸ ਤਰ੍ਹਾਂ ਦੇ ਵੀ ਹੈਗੇ ਸੀ ਜਿਨ੍ਹਾਂ ਨੇ ਡਰਦੇ ਮਾਰਿਆਂ ਗੁਰੂ ਪਾਤਸ਼ਾਹ ਲਈ ਆਪਣੇ ਦਰਵਾਜ਼ੇ ਬੰਦ ਕਰ ਲਏ। ਇਤਿਹਾਸ ਦੇ ਵਿੱਚ ਆਉਂਦਾ ਹੈ ਸਾਰਾ ਕੁਝ। ਕਿਉਂਕਿ ਸਮਾਂ ਜਿਹੜਾ ਬਦਲ ਗਿਆ ਸੀ। ਹੁਣ ਆਨੰਦਪੁਰ ਦੇ ਮਹਿਲਾਂ ਦਾ ਵਾਸਾ ਨਹੀਂ ਸੀ ਹੈਗਾ, ਹੁਣ ਮਾਛੀਵਾੜੇ ਦੇ ਜੰਗਲ ਸੀ। ਇਹ ਸਾਡੇ ਜੀਵਨ ਦੇ ਸੱਚ ਨੇ ਇਹ ਸਾਰੀਆਂ ਚੀਜ਼ਾਂ। ਤੇ ਸਾਨੂੰ ਸਮਝਣ ਦੀ ਲੋੜ ਆ ਕਿ ਸਾਡਾ ਜਿਹੜਾ ਰਿਸ਼ਤਾ ਆ ਉਹ ਸੱਚਾ ਤਾਂ ਹੀ ਹੋਏਗਾ ਜੇ ਇਹ ਨਿਰਸਵਾਰਥ ਆ, ਅਨਕੰਡੀਸ਼ਨਲ ਆ। ਇਹਦੇ ਵਿੱਚ ਕੋਈ ਸਾਡੀ ਦੁਨਿਆਵੀ ਚੀਜ਼ਾਂ ਪੂਰਤੀ ਕਰਨ ਦੀ ਭਾਵਨਾ ਨਹੀਂ ਹੈਗੀ। ਇਹ ਗੁਰੂ ਪਾਤਸ਼ਾਹ ਦੀ ਬਾਣੀ ਤੋਂ ਸਾਨੂੰ ਜੀਵਨ ਜਾਚ ਮਿਲਦੀ ਆ। ਤੇ ਅੱਗੇ ਗੁਰੂ ਪਾਤਸ਼ਾਹ ਦੱਸਦੇ ਨੇ ਕਿ ਜੀਵਨ ਜਿਉਣਾ ਕਿਸ ਤਰ੍ਹਾਂ ਆ। ਕਿ ਜੀਵਨ ਦੇ ਵਿੱਚ ਅਸੀਂ ਹਮੇਸ਼ਾ ਗੁਰੂ ਘਰ ਆ ਕੇ ਕਦੀ ਇਹ ਅਰਦਾਸ ਕੀਤੀ, ਗੁਰੂ ਪਾਤਸ਼ਾਹ ਜੀ ਜੀਵਨ ਦੇ ਵਿੱਚ ਸੁੱਖ ਬਹੁਤ ਚੱਲ ਰਹੇ ਨੇ ਤੇ ਥੋੜ੍ਹਾ ਕੁ ਮੈਨੂੰ ਦੁਖੀ ਕਰ ਦਿਓ। ਅਸੀਂ ਕਦੀ ਅਰਦਾਸ ਨਹੀਂ ਕਰਦੇ।
क्योंकि साडा संबंध सुखां नूं प्राप्त करना आ। पर गुरबाणी दे विच सुख ते दुख दोवां नूं परमात्मा दी दात मन्निया आ। दुख सुख प्रभ देवनहार, अवर त्याग तू तिसे चितार। दुख भी उहदे वल्लों आउंदे ने ते सुख भी परमात्मा वल्लों आउंदे ने। केतिया दुख भूख सद मार, एह पे दात तेरी। ਇਹ ਗੁਰਬਾਣੀ ਦੀ ਸਭ ਤੋਂ ਜਿਹੜੀ ਖੂਬਸੂਰਤੀ ਆ, ਕਿਉਂਕਿ ਦੁੱਖਾਂ ਦੇ ਵਿੱਚ ਅਸੀਂ ਦੇਖੀਏ ਕਿ ਸੰਸਾਰ ਦੇ ਵਿੱਚ ਇਸ ਤਰ੍ਹਾਂ ਦੇ ਵੀ ਧਰਮ ਹੈਗੇ ਨੇ ਜਿਨ੍ਹਾਂ ਨੇ ਦੁੱਖਾਂ ਨੂੰ ਜਿੱਤਣ ਦੀ ਕੋਸ਼ਿਸ਼ ਕੀਤੀ। ਮਹਾਤਮਾ ਬੁੱਧ ਦੀ ਜਿਹੜੀ ਫਿਲਾਸਫੀ ਆ ਸਾਰੀ ਦੁੱਖ ਦੀ ਵਿਚਾਰਧਾਰਾ ਤੇ ਖੜੀ ਹੈ, ਕਿਉਂਕਿ ਉਹਨਾਂ ਨੇ ਇਸ ਤਰ੍ਹਾਂ ਦੇ ਆਪਣੇ ਜ਼ਿੰਦਗੀ ਦੇ ਵਿੱਚ ਸੀਨ ਵੇਖੇ ਸੀ ਜਿਨ੍ਹਾਂ ਨੂੰ ਵੇਖ ਕੇ ਉਹਨਾਂ ਦਾ ਮਨ ਦੁਖੀ ਹੋ ਗਿਆ ਸੀ ਤੇ ਉਹ ਦੁੱਖਾਂ ਦੀ ਨਿਵਰਤੀ ਦੇ ਲਈ ਆਪਣਾ ਘਰ-ਬਾਰ ਛੱਡਤਾ ਸੀ ਉਹਨਾਂ ਨੇ। ਪਰ ਗੁਰਬਾਣੀ ਦੀ ਖੂਬਸੂਰਤੀ ਇਹ ਆ ਕਿ ਇਹ ਸੁੱਖਾਂ ਤੇ ਦੁੱਖਾਂ ਨੂੰ ਵੀ परमात्मा की दात समझती आ। तो जेड़ा वाहिगुरु सानू सुख दे रहा, जे जीवन दे विच दो चार दुख दे भी देगा तो कोई असी कंप्लेन नहीं करनी उस गुरु दे अगे। उसके हुक्म च रहना आ, उसके भाणे नूं मिठा करके मनना, ये गुरबाणी की विचारधारा आ। सुख दुख दोनों सम कर जाने, छोटी जी गल नहीं हैगी कि सुख भी इस तरह का लगे तो दुख भी उस तरह का लगे। और मान अपमान, ਅਸੀਂ ਜੀਵਨ ਦੇ ਵਿੱਚ ਆਪਣੀ ਵਡਿਆਈ ਚਾਹੁੰਦੇ ਹਾਂ ਕਿ ਮੇਰੀ ਮਾਣ ਵਡਿਆਈ ਹੋਏ, ਤੇ ਜਦੋਂ ਹੁੰਦੀ ਇਨਸਾਨ ਦੀ ਹਉਮੈ ਫੁੱਲਦੀ ਉਸ ਸਮੇਂ ਬੰਦਾ ਖੁਸ਼ ਹੁੰਦਾ ਕਿ ਮੇਰੀ ਮਾਣ ਵਡਿਆਈ ਹੋ ਰਹੀ ਆ। ਤੇ ਉਸ ਤੋਂ ਜ਼ਿਆਦਾ ਦੁਖੀ ਉਦੋਂ ਹੁੰਦਾ ਜਦੋਂ ਸਾਹਮਣੇ ਵਾਲੇ ਦੀ ਹੁੰਦੀ ਤੇ ਉਸ ਦੀ ਨਹੀਂ ਹੁੰਦੀ, ਕਿਉਂਕਿ ਸਾਡੇ ਅੰਦਰ ਈਰਖਾ ਦਵੈਸ਼ ਪਿਆ ਆ। ਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਤੈਨੂੰ ਛੱਡਣਾ ਪੈਣਾ ਆ, ਮਾਣ ਤੇ ਅਪਮਾਨ ਤੋਂ ਉੱਪਰ ਜਾਣਾ ਪੈਣਾ ਆ। ਕਿਉਂਕਿ ਇਹ ਬੰਦੇ ਨੂੰ ਇੱਕ ਜੰਜੀਰ ਦੇ ਵਿੱਚ ਬੰਨ੍ਹ ਕੇ ਰੱਖਦੇ ਨੇ। ਅੰਦਰ ਦੀ ਭੁੱਖ ਹੈ ਵੀ ਜਿਹੜੀ ਸਾਡੇ ਮਨ ਨੂੰ ਲੱਗੀ ਹੋਈ ਆ ਹਉਮੈ ਦੇ ਕਾਰਨ। ਹਰਖ ਸੋਗ ਤੇ ਰਹੇ ਅਤੀਤਾ, ਖੁਸ਼ੀ ਤੇ ਗਮੀ ਦੀ। ਜਦੋਂ ਖੁਸ਼ੀ ਦੀ ਖਬਰ ਆਉਂਦੀ ਅਸੀਂ ਇੱਕਦਮ ਫੁੱਲੇ ਨਹੀਂ ਸਮਾਉਂਦੇ, ਜਦੋਂ ਦੁੱਖ ਦੀ ਆਉਂਦੀ ਆ ਫਿਰ ਹਾਏ ਹਾਏ ਕਰਦੇ ਆ। ਤੇ ਜੀਵਨ ਨੂੰ ਇਸ ਤਰ੍ਹਾਂ ਨਹੀਂ ਜੀਣਾ, ਜੀਵਨ ਨੂੰ ਇਸ ਤਰ੍ਹਾਂ ਜੀਣਾ ਜਿਵੇਂ ਇੱਕ ਬਿਲਕੁਲ ਸ਼ਾਂਤ ਸਮੁੰਦਰ ਦੇ ਵਿੱਚ ਇੱਕ ਕਿਸ਼ਤੀ ਚੱਲ ਰਹੀ ਆ। ਜੀਵਨ ਨੂੰ ਇਸ ਤਰ੍ਹਾਂ ਨਹੀਂ ਜੀਣਾ ਕਿ ਜਿਵੇਂ ਸਮੁੰਦਰ ਦੇ ਵਿੱਚ ਬੜੀਆਂ ਲਹਿਰਾਂ ਨੇ ਤੇ ਕਦੀ ਬਿਲਕੁਲ ਰਵਾਨਗੀ ਸ਼ਾਂਤ ਆ। ਬਿਲਕੁਲ ਇੱਕ ਬੈਲੈਂਸ ਹੋਣਾ ਚਾਹੀਦਾ ਆ। ਤੇ ਇਹ ਬੈਲੈਂਸ ਤਾਂ ਹੀ ਆਏਗਾ ਜੇ ਗੁਰੂ ਸ਼ਬਦ ਦੀ ਕਮਾਈ ਸਾਡੇ ਅੰਦਰ ਹੋਏਗੀ। ਅਸੀਂ ਆਪਣੇ ਅੰਦਰ ਤੋਂ ਸੁਚੇਤ ਹੋਵਾਂਗੇ ਕਿ ਸਾਡੇ ਅੰਦਰ ਚੱਲ ਕੀ ਰਿਹਾ ਆ, ਕਿਸ ਤਰ੍ਹਾਂ ਦੇ ਥਾਟਸ, ਕਿਸ ਤਰ੍ਹਾਂ ਦੇ ਵਿਚਾਰ ਸਾਰਾ ਦਿਨ ਚੱਲਦੇ ਨੇ। ਤੇ ਜਿਸ ਤਰ੍ਹਾਂ ਦੇ ਸਾਡੇ ਅੰਦਰ ਵਿਚਾਰ ਚੱਲਦੇ ਆ ਸਾਡਾ ਸੁਭਾਅ ਅਸੀਂ ਉਹ ਆ। ਸਾਧ ਸੰਗਤ ਜੀ, ਗੁਰੂ ਘਰ ਆ ਕੇ ਅਸੀਂ ਬੜਾ ਪਵਿੱਤਰ ਸਮਝਦੇ ਹਾਂ ਆਪਣੇ ਆਪ ਨੂੰ, ਬੜੀ ਮਨ ਨੂੰ ਸ਼ਾਂਤੀ ਆਉਂਦੀ ਆ। ਤੇ ਗੁਰੂ ਘਰ ਦੀਆਂ ਦਹਲੀਜ਼ਾਂ ਤੋਂ ਹਜੇ ਬਾਹਰ ਹੀ ਜਾਂਦੇ ਆ ਤੇ ਉਹ ਸ਼ਾਂਤੀ ਭੰਗ ਹੋ ਜਾਂਦੀ ਹੈ। ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ। ਮਨ ਕਰਕੇ ਹਮੇਸ਼ਾ ਗੁਰੂ ਘਰ ਦੀ, ਗੁਰੂ ਦੀ ਹਜ਼ੂਰੀ ਵਿੱਚ ਰਹਿਣਾ, ਇਹ ਗੁਰੂ ਪਾਤਸ਼ਾਹ ਨੇ ਤਾਕੀਦ ਕੀਤੀ ਆ। ਤੇ ਅੱਗੇ ਗੁਰੂ ਪਾਤਸ਼ਾਹ ਕਹਿੰਦੇ ਨੇ ਉਸਤਤ ਨਿੰਦਾ ਦਊ ਤਿਆਗੇ ਖੋਜੇ ਪਦ ਨਿਰਬਾਨਾ, ਜਨ ਨਾਨਕ ਇਹ ਖੇਲ ਕਠਨ ਹੈ ਕਿਨਹੂ ਗੁਰਮੁਖ ਜਾਨਾ। ਖੇਡ ਔਖੀ ਆ ਕਹਿੰਦੇ, ਪਰ ਜੇ ਪ੍ਰੇਮ ਨਾਲ ਖੇਡਣ ਦਾ ਚਾਹ ਹੋਏ ਨਾ ਤੇ ਗੁਰੂ ਪਾਤਸ਼ਾਹ ਨੇ ਤਾਕੀਦ ਵੀ ਇਹ ਕੀਤੀ ਆ, ਜੋ ਤੋਂ ਪ੍ਰੇਮ ਖੇਲਣ ਕਾ ਚਾਹ। ਕਿ ਇਹ ਖੇਡ ਹੈ ਕਿ ਜੇ ਤੈਨੂੰ ਖੇਡੀ ਪ੍ਰੇਮ ਨਾਲ ਜਾਣੀ ਆ, ਜਿੱਦ ਨਾਲ ਨਹੀਂ ਜਾਣੀ, ਹੱਠ ਯੋਗ ਨਹੀਂ ਆ, ਇਹ ਸਹਿਜ ਯੋਗ ਆ। ਇਸ ਦੇ ਵਿੱਚ ਸਹਿਜ ਦੇ ਨਾਲ ਚੱਲਣਾ ਪੈਣਾ ਆ। ਉਸਤਤ ਨਿੰਦਾ ਦਊ ਤਿਆਗੇ। ਉਸਤਤ ਜਦੋਂ ਸਾਡੀ ਹੁੰਦੀ ਬੜੇ ਖੁਸ਼ ਹੁੰਦੇ ਆ, ਨਿੰਦਾ ਜੇ ਕੋਈ ਸਾਡੀ ਕਰੇ ਤੇ ਅਸੀਂ ਇੱਕਦਮ ਦੁਖੀ ਹੋ ਜਾਂਦੇ ਆ। ਇਹਨਾਂ ਦੋਵਾਂ ਚੀਜ਼ਾਂ ਦੇ ਪ੍ਰਭਾਵ ਤੋਂ ਮੁਕਤ ਹੋਣਾ ਆ। ਖੋਜੇ ਪਦ ਨਿਰਬਾਨਾ, ਫਿਰ ਨਿਰਵਾਣ ਪਦ ਦੀ ਜਿਹੜੀ ਪ੍ਰਾਪਤੀ ਆ, ਗੁਰੂ ਪਾਤਸ਼ਾਹ ਕਹਿੰਦੇ ਜਿਹੜਾ ਮੁਕਤੀ ਦਾ ਦਰ ਆ ਨਾ ਉਹ ਫੇਰ ਹੀ ਖੁੱਲੇਗਾ। ਜਨ ਨਾਨਕ ਇਹ ਖੇਲ ਕਠਨ ਹੈ, ਸੌਖਾ ਨਹੀਂ ਹੈਗਾ। ਇਸ ਕਰਕੇ ਗੁਰਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਜੋ ਵੀ ਤੈਨੂੰ ਮਿਲਣਾ ਨਾ, ਨਾਨਕ ਨਦਰੀ ਨਦਰ ਨਿਹਾਲ। ਇਹ ਨਿਹਾਲਤਾ, ਇਹਦੀ ਬਖਸ਼ਿਸ਼, ਸਾਰਾ ਕੁਝ ਉਹ ਵਾਹਿਗੁਰੂ ਦੀ ਨਜ਼ਰ ਦੇ ਉੱਤੇ ਆ ਕਿ ਕਰਮ ਤੇ ਅਸੀਂ ਕਰਨਾ ਆ, ਐਫਰਟ ਤੇ ਅਸੀਂ ਕਰਨਾ ਆ, ਪਰ ਜਿਹੜੀ ਇਹਦੀ ਪ੍ਰਾਪਤੀ ਆ ਉਹ ਅਖੀਰ ਵਾਹਿਗੁਰੂ ਦੀ ਨਜ਼ਰ ਦੇ ਉੱਤੇ ਹੋਏਗੀ। ਤੇ ਇਸ ਤੋਂ ਬਾਅਦ ਗੁਰੂ ਪਾਤਸ਼ਾਹ ਦੀ ਬਾਣੀ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਪਾਤਸ਼ਾਹ ਦੀ ਜਿਹੜੀ ਬਾਣੀ ਆ ਨਾ ਇਹਦੇ ਵਿੱਚ ਬੈਰਾਗ ਬਹੁਤ ਆ। ਇਹ ਬਾਣੀ ਪੜ੍ਹਦਿਆਂ ਮਨ ਉਦਾਸ ਹੋ ਜਾਂਦਾ। ਮਨ ਉਦਾਸ ਹੋਣਾ ਹੀ ਆ ਸਾਧ ਸੰਗਤ ਜੀ। ਜਦੋਂ ਗੁਰਬਾਣੀ ਸੱਚ ਦੀ ਗੱਲ ਕਰਦੀ ਆ, ਜਦੋਂ ਗੁਰਬਾਣੀ ਇਹ ਗੱਲ ਕਰਦੀ ਆ ਕਿ ਇਸ ਸੰਸਾਰ ਨੂੰ ਛੱਡ ਕੇ ਅਸੀਂ ਜਾਣਾ ਆ, ਸਾਡੇ ਰਿਸ਼ਤੇ ਨਾਤੇ ਝੂਠੇ ਨੇ, ਜਦੋਂ ਜ਼ਿੰਦਗੀ ਨੂੰ, ਮਨ ਨੂੰ ਸੱਚਾਈਆਂ ਦਾ ਪਤਾ ਚੱਲਦਾ ਹੈ ਤੇ ਇਹਦੇ ਵਿੱਚ ਉਦਾਸੀ ਆਉਣੀ ਬੜੀ ਸੁਭਾਵਿਕ ਹੈ। ਪਰ ਜਿਹੜੀ ਉਦਾਸੀ ਤੇ ਬੈਰਾਗ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ, ਕਿਉਂਕਿ ਭਾਰਤੀ ਪਰੰਪਰਾ ਦੇ ਵਿੱਚ ਜਿਹੜਾ ਬੈਰਾਗ ਆਇਆ ਤੇ ਗੁਰਬਾਣੀ ਦੇ ਵਿੱਚ ਜਿਹੜਾ ਬੈਰਾਗ ਆਇਆ, ਇਸ ਦੇ ਵਿੱਚ ਬਹੁਤ ਫਰਕ ਆ। ਭਾਰਤੀ ਪਰੰਪਰਾ ਦੇ ਵਿੱਚ ਬੈਰਾਗ ਦਾ ਮਤਲਬ ਹੁੰਦਾ ਸੀ ਕਿ ਜਦੋਂ ਇਨਸਾਨ ਪਰਮਾਤਮਾ ਨੂੰ ਪਾਉਣ ਦੀ ਕੋਸ਼ਿਸ਼ ਕਰਦਾ ਸੀ
ਤੇ ਉਹ ਸੰਸਾਰ ਤੋਂ ਉਚਾਟ ਹੋ ਜਾਂਦਾ ਸੀ। ਉਹ ਘਰ-ਬਾਰ ਦਾ ਤਿਆਗ ਕਰਕੇ ਜੰਗਲਾਂ ਦੇ ਵਿੱਚ ਚਲਾ ਜਾਂਦਾ ਸੀ। ਸਾਡੇ ਕੋਲ ਗੁਰ ਇਤਿਹਾਸ ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਬੜੀ ਵੱਡੀ ਐਗਜ਼ੈਂਪਲ ਹੈਗੀ ਆ ਕਿ ਜਦੋਂ ਬਚਪਨ ਦੇ ਵਿੱਚ ਸ਼ਿਕਾਰ ਕਰਦਿਆਂ ਉਹਨਾਂ ਦਾ ਮਨ ਜਿਹੜਾ ਸੀ ਉਚਾਟ ਹੋ ਗਿਆ ਸੀ ਤੇ ਉਹਨਾਂ ਨੇ ਘਰ-ਬਾਰ ਦਾ ਤਿਆਗ ਕਰਤਾ ਸੀ ਤੇ ਮਾਧੋ ਦਾਸ ਬੈਰਾਗੀ ਬਣ ਗਏ ਸੀ। ਤੇ ਜਦੋਂ ਗੁਰੂ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਉਂਦੇ ਨੇ, ਉਹ ਮਾਧੋ ਦਾਸ ਬੈਰਾਗੀ ਜਿਹੜਾ ਸੀ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਗੁਰੂ ਪਾਤਸ਼ਾਹ ਦੀ ਜਿਹੜੀ ਨਜ਼ਰ ਸੀ, ਇੰਨੀ ਤਾਕਤ ਸੀ ਉਹਦੇ ਵਿੱਚ, ਤੇ ਫਿਰ ਮੁਗਲ ਹਕੂਮਤ ਦੇ ਨਾਲ ਟੱਕਰ ਲੈਂਦੇ ਨੇ। ਤੇ ਬੈਰਾਗ ਦਾ ਜਿਹੜਾ ਸ਼ਾਬਦਿਕ ਅਰਥ ਹੁੰਦਾ, ਰਾਗ ਸ਼ਬਦ ਅਸੀਂ ਜਾਣਦੇ ਕਿ ਗੁਰੂ ਪਾਤਸ਼ਾਹ ਨੇ ਗੁਰਬਾਣੀ ਦੇ ਵਿੱਚ ਸਾਰੀ ਬਾਣੀ ਜਿਹੜੀ ਆ 31 ਰਾਗਾਂ ਦੇ ਵਿੱਚ ਜਿਹੜੀ ਆ, ਰਾਗ ਤੋਂ ਮੁਕਤ ਬਾਣੀ ਵੀ ਹੈਗੀ ਆ, ਪਰ ਜ਼ਿਆਦਾ ਬਾਣੀ ਜਿਹੜੀ ਰਾਗਾਂ ਦੇ ਵਿੱਚ ਗਾਇਨ ਕੀਤੀ ਹੈ। ਤੇ ਰਾਗ ਦਾ ਇੱਕ ਅਰਥ ਹੁੰਦਾ ਰੰਗ, ਤੇ ਇੱਕ ਅਰਥ ਹੁੰਦਾ ਪਿਆਰ ਮੁਹੱਬਤ। ਤੇ ਬੈਰਾਗ ਹੁੰਦਾ ਜਿਹੜੀ ਪਿਆਰ ਮੁਹੱਬਤ ਤੋਂ ਸਾਨੂੰ ਚੀਜ਼ ਦੂਰ ਕਰਦੇ। ਕਹਿਣ ਤੋਂ ਭਾਵ ਕਿ ਉਹ ਪਿਆਰ ਜਿਹੜਾ ਸੰਸਾਰਿਕ ਪਦਾਰਥਾਂ ਦੇ ਨਾਲ ਆ, ਜਿਹੜਾ ਮਾਇਆ ਦੇ ਨਾਲ ਆ, ਜਦੋਂ ਮਨ ਦੇ ਵਿੱਚੋਂ ਉਹ ਪਿਆਰ ਖਤਮ ਹੋ ਜੇ ਪਦਾਰਥਾਂ ਦੇ ਨਾਲ, ਫਿਰ ਉਹ ਬੈਰਾਗ ਸਾਨੂੰ ਪਰਮਾਤਮਾ ਦੇ ਰਸਤੇ ਤੇ ਤੋਰਦਾ ਆ। ਤੇ ਉਸ ਬੈਰਾਗ ਦੀ ਗੁਰਬਾਣੀ ਦੇ ਵਿੱਚ ਬਾਰ-ਬਾਰ ਗੁਰੂ ਪਾਤਸ਼ਾਹ ਗੱਲ ਕਰਦੇ ਨੇ। ਮਨ ਬੈਰਾਗੀ ਰਤੋ ਮਨ ਬੈਰਾਗ ਰਤੋ ਬੈਰਾਗੀ, ਸ਼ਬਦ ਮਨ ਬੇਦਿਆ ਮੇਰੀ ਮਾਈ। ਕਿ ਸ਼ਬਦ ਦੇ ਨਾਲ ਇਹ ਬੈਰਾਗ ਪੈਦਾ ਹੋਣਾ, ਤੇ ਸ਼ਬਦ ਗੁਰੂ ਸ਼ਬਦ ਦੇ ਨਾਲ ਅਸੀਂ ਬੈਰਾਗੀ ਬਣਨਾ। ਅਸੀਂ ਘਰ-ਬਾਰ ਛੱਡਣ ਵਾਲੇ ਬੈਰਾਗੀ ਨਹੀਂ ਬਣਨਾ। ਤੇ ਅਗਲੀ ਗੁਰੂ ਪਾਤਸ਼ਾਹ ਦੀ ਤਾਕੀਦ ਆ, ਬਿਖਿਅਨ ਸੂ ਕਾਹੇ ਰਚਿਓ ਨਿਮਖ ਨਾ ਹੋਏ ਉਦਾਸ। ਅਸੀਂ ਜਿਹੜਾ ਉਦਾਸ ਸ਼ਬਦ ਆਪਣੇ ਜੀਵਨ ਵਿੱਚ ਵਰਤਦੇ ਆ, ਉਹ ਜਦੋਂ ਅਸੀਂ ਦੁਖੀ ਹੁੰਦੇ ਆ ਉਦੋਂ ਵਰਤਦੇ ਆ। ਪਰ ਗੁਰੂ ਪਾਤਸ਼ਾਹ ਜਦੋਂ ਉਦਾਸ ਸ਼ਬਦ ਵਰਤਦੇ ਨੇ ਨਾ, ਉਹ ਕਹਿੰਦੇ ਨੇ ਕਿ ਤੂੰ ਦੁਨਿਆਵੀ ਪਦਾਰਥਾਂ ਵੱਲੋਂ ਉਦਾਸ ਹੋ ਜਾ। ਤੇਰੀ ਉਦਾਸੀ ਜਿਹੜੀ ਆ ਉਹ ਵਾਹਿਗੁਰੂ ਦੇ ਰੱਬ ਦੇ ਰਸਤੇ ਵੱਲ ਤੈਨੂੰ ਲੈ ਕੇ ਜਾਏ। ਇਸ ਤਰ੍ਹਾਂ ਦੀ ਉਦਾਸੀ ਜਿਹੜੀ ਆ ਉਹ ਤੇਰੇ ਮਨ ਵਿੱਚ ਹੋਣੀ ਚਾਹੀਦੀ ਹੈ। ਤੇ ਗੁਰੂ ਪਾਤਸ਼ਾਹ ਨੇ ਅੱਗੇ ਸਾਨੂੰ ਇੱਕ ਜੀਵਨ ਦਾ ਰਹੱਸ ਸਮਝਾਇਆ ਕਿ ਜ਼ਿੰਦਗੀ ਨੂੰ ਜਿਉਣਾ ਕਿਸ ਤਰ੍ਹਾਂ ਆ। ਅਸੀਂ ਰੋਜ਼ ਸੋਹਿਲਾ ਸਾਹਿਬ ਦੇ ਵਿੱਚ ਵੀ ਪੜ੍ਹਦੇ ਹਾਂ, ਆਉਦ ਘਟੇ ਦਿਨਸ ਰੈਨਾ ਰੇ ਮਨ ਗੁਰਮਿਲ ਕਾਟ ਸਵਾਰੇ। ਅਸੀਂ ਆਮ ਪੁੱਛੀਏ ਨਾ ਕੀ ਹੋ ਰਿਹਾ, ਅਸੀਂ ਕਹਿੰਦੇ ਦਿਨ ਘਟ ਰਹੇ ਆ, ਤਾਰੀਖ ਅੱਗੇ ਵੱਧ ਰਹੀ ਆ। ਪਰ ਗੁਰੂ ਪਾਤਸ਼ਾਹ ਦਾ ਜਿਹੜਾ ਨਜ਼ਰੀਆ ਉਹ ਬਿਲਕੁਲ ਵੱਖਰਾ ਆ। ਗੁਰੂ ਪਾਤਸ਼ਾਹ ਕਹਿੰਦੇ ਆਉਦ ਘਟੇ, ਆਉਦ ਹੁੰਦੀ ਉਮਰ, ਦਿਨ ਤੇ ਰਾਤ ਨਹੀਂ ਘਟ ਰਹੇ, ਤੈਨੂੰ ਦਿੱਤਾ ਹੋਇਆ ਜਿਹੜਾ ਸਮਾਂ ਆ ਉਹ ਘਟ ਰਿਹਾ ਆ। ਅੱਜ ਸਾਡੇ ਕੋਲ ਘੜੀਆਂ ਹੈਗੀਆਂ ਨੇ, ਕੈਲੰਡਰ ਹੈਗੇ ਨੇ, ਤੇ ਪੁਰਾਣੇ ਵੇਲਿਆਂ ਦੇ ਵਿੱਚ ਵੱਖਰੇ ਵੱਖਰੇ ਪੈਮਾਨੇ ਹੁੰਦੇ ਸੀ ਸਮੇਂ ਨੂੰ ਨਾਪਣ ਦੇ। ਧੁੱਪ ਘੜੀਆਂ ਹੁੰਦੀਆਂ ਸੀ, ਜਾਂ ਪਾਣੀ ਦੇ ਨਾਲ ਵੀ ਇੱਕ ਘੜੇ ਨੂੰ ਪਾੜ ਕੇ ਤੇ ਉਹਦੇ ਵਿੱਚ ਇੱਕ ਛੇਦ ਕਰ ਦਿੱਤਾ ਜਾਂਦਾ ਸੀ, ਤੇ ਉਸ ਦੇ ਵਿੱਚੋਂ ਪਾਣੀ ਜਦੋਂ ਤੁਪਕਾ ਤੁਪਕਾ ਕਰਕੇ ਡਿੱਗਦਾ ਸੀ ਘੜੇ ਦੇ ਪਾਣੀ ਵਿੱਚੋਂ, ਜਦੋਂ ਪਾਣੀ ਖਤਮ ਹੋ ਜਾਂਦਾ ਸੀ ਤੇ ਉਸ ਨੂੰ ਇੱਕ ਪੈਮਾਨਾ ਮੰਨ ਲਿਆ ਜਾਂਦਾ ਸੀ ਕਿ ਇਹ ਇੰਨੀ ਘੜੀ ਹੋ ਗਈ ਆ, ਇਹ ਚੱਲਦਾ ਸੀ। ਤੇ ਉਸ ਦੀ ਗੱਲ ਜਿਹੜੀ ਆ ਗੁਰੂ ਪਾਤਸ਼ਾਹ ਨੇ ਆਪਣੀ ਬਾਣੀ ਦੇ ਵਿੱਚ ਕੀਤੀ ਆ, ਛਿਨ ਛਿਨ ਔਦ ਬਿਹਾਤ ਹੈ ਫੂਟੇ ਘਟ ਜਿਉ ਪਾਣੀ। ਕਿ ਪਲ ਪਲ ਕਰਕੇ ਤੇਰਾ ਜਿਹੜਾ ਜੀਵਨ ਆ ਉਹ ਘਟਦਾ ਜਾ ਰਿਹਾ ਆ। ਤੇ ਆਪਾਂ ਕਰਨਾ ਕੀ ਆ, ਚੇਤਨਾ ਹੈ ਤੋ ਚੇਤ ਲੈ ਨਿਸ ਦਿਨ ਮੈਂ ਪ੍ਰਾਣੀ। ਕਿ ਕੌਨਸ਼ੀਅਸ ਹੋ ਜਾ ਇਸ ਤਰੀਕੇ ਨੂੰ, ਕਿਉਂਕਿ ਹਰ ਪਲ ਮੌਤ ਦੇ ਵੱਲ ਸਾਡਾ ਜੀਵਨ ਵੱਧ ਰਿਹਾ ਆ। ਕਬੀਰ ਜਨਨੀ ਜਾਣਤ ਸੁਤ ਵੱਡਾ ਹੋਤ ਹੈ। ਕਿ ਮਾਤਾ ਇਹ ਸਮਝਦੀ ਆ ਕਿ ਪੁੱਤ ਵੱਡਾ ਹੋ ਰਿਹਾ, ਪਰ ਉਸ ਭੋਲੀ ਨੂੰ ਇਹ ਨਹੀਂ ਪਤਾ ਕਿ ਦਿਨ ਬ ਦਿਨ ਇਹ ਆਪਣੀ ਮੌਤ ਦੀ ਤਰਫ ਵੱਧ ਰਿਹਾ। ਸਾਰੇ ਆਪਾਂ ਵੱਧ ਰਹੇ ਹਾਂ, ਕੁਦਰਤ ਦੀ ਹਰ ਸ਼ੈ ਜਿਹੜੀ ਆ ਉਹ ਮੌਤ ਦੇ ਵੱਲ ਵੱਧ ਰਹੀ ਆ। ਕਿਉਂਕਿ ਗੁਰੂ ਪਾਤਸ਼ਾਹ ਦਾ ਕਥਨ ਆ, ਮਰਨ ਲਿਖਾਏ ਮੰਡਲ ਮੈਂ ਆਏ। ਕਿ ਸਾਡੀ ਡੇਟ, ਐਕਸਪਾਇਰੀ ਡੇਟ ਪ੍ਰਮਾਤਮਾ ਨੇ ਜਿਸ ਦਿਨ ਸਾਨੂੰ ਇਸ ਧਰਤੀ ਤੇ ਭੇਜਿਆ ਸੀ ਉਹ ਨਾਲ ਹੀ ਲਿਖ ਦਿੱਤੀ ਸੀ, ਪਰ ਉਹ ਹੈ ਕਿਦਨ ਉਹ ਵਾਹਿਗੁਰੂ ਜਾਣਦਾ ਆ। ਅਣਕ ਜਤਨ ਕਰ ਕਾਲ ਸੰਤਾਏ, ਮਰਨ ਲਿਖਾਏ ਮੰਡਲ ਮੈਂ ਆਏ। ਅਸੀਂ ਮੌਤ ਨੂੰ ਲਿਖਾ ਕੇ ਇਸ ਜੀਵਨ ਦੇ ਵਿੱਚ ਆਏ ਹਾਂ, ਤੇ ਸਾਰਿਆਂ ਨੇ ਜਾਣਾ। ਅਸੀਂ ਜਿੰਨੇ ਵੀ ਇਸ ਹਾਲ ਦੇ ਵਿੱਚ ਬੈਠੇ ਹਾਂ, ਜਿੰਨੇ ਵੀ ਕੁਦਰਤ ਆਪਣੀਆਂ ਅੱਖਾਂ ਦੇ ਨਾਲ ਦੇਖਦੇ ਪਏ ਹਾਂ, ਕਦੀ ਦਰਖਤਾਂ ਤੋਂ ਝੜਦੇ ਪੱਤਿਆਂ ਨੂੰ ਦੇਖੀਏ, ਹਰ ਪਲ ਜਿਹੜੀ ਆ ਉਹ ਮੌਤ ਵਿਕਸ ਰਹੀ ਆ, ਤੇ ਨਾਲ ਹੀ ਉਹਨਾਂ ਦੇ ਪਿੱਛੇ ਪਰੁੰਬਲਾਂ ਜਿਹੜੀਆਂ ਉਸ ਦੇ ਤਣਿਆਂ ਦੇ ਉੱਤੋਂ ਨਵੇਂ ਪੱਤੇ ਨਿਕਲਦੇ ਨੇ। ਜੀਵਨ ਤੇ ਮਰਨ ਦਾ ਜਿਹੜਾ ਖੇਲ ਆ ਇਹ ਪਰਮਾਤਮਾ ਦੀ ਕੁਦਰਤ ਦੇ ਹਰ ਪਲ ਦੇ ਵਿੱਚ ਚੱਲ ਰਿਹਾ ਹੈ, ਤੇ ਕੁਦਰਤ ਦੀ ਹਰ ਸ਼ੈ ਨੇ ਇੱਕ ਦਿਨ ਖਤਮ ਹੋਣਾ ਆ। ਜਿਸ ਦਿਨ ਇਸ ਗੱਲ ਦੀ, ਇਸ ਸੱਚਾਈ ਦਾ ਸਾਨੂੰ ਪਤਾ ਲੱਗ ਜਾਏਗਾ, ਫਿਰ ਅਸੀਂ ਆਪਣੇ ਜੀਵਨ ਨੂੰ ਪੂਰੀ ਤਰ੍ਹਾਂ ਸੁਚੇਤ ਹੋ ਕੇ ਜੀਵਾਂਗੇ। ਫਿਰ ਜੀਵਨ ਦੇ ਵਿੱਚ ਗਲਤਾਨਤਾ ਨਹੀਂ ਹੋਏਗੀ। ਸਾਨੂੰ ਪਤਾ ਆ ਕਿ ਇਸ ਸੰਸਾਰ ਦੇ ਵਿੱਚ ਅਸੀਂ ਹੈ ਕਿਹਦੇ ਲਈ ਆ। ਸਾਨੂੰ ਫਿਰ ਇਹ ਸੱਚਾਈ ਦਾ ਪਤਾ ਲੱਗੇਗਾ ਕਿ ਇਹ ਮਨੁੱਖਾ ਦੇਹੀ ਕਿਉਂ ਮਿਲੀ ਸੀ। ਭਈ ਪ੍ਰਾਪਤ ਮਨੁੱਖ ਦੇਹੁਰੀਆ ਗੋਬਿੰਦ ਮਿਲਨ ਕੀ ਇਹ ਤੇਰੀ ਬਰੀਆ। ਕਿ ਇਹ ਜਿਹੜਾ ਸੁਨਹਿਰੀ ਸਮਾਂ ਮਿਲਿਆ ਹੋਇਆ ਆ,
ਇਹ ਪਰਮਾਤਮਾ ਨੂੰ ਮਿਲਾਪਦਾ ਆ। ਤੇ ਅੱਗੇ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ ਤਕੀਦ ਕਰਦੇ ਨੇ, ਤਰਨਾਪੋ ਵਿਖਿਅਨ ਸੁਣ ਖੋਇਓ ਬਾਲਪਨ ਅਗਿਆਨਾ, ਕਿ ਜਦੋਂ ਜਵਾਨ ਹੋ ਜਾਂਦਾ ਨਾ ਇਨਸਾਨ, ਉਦੋਂ ਵਿਖਿਅਨ ਜ਼ਹਿਰ ਦੇ ਵਿੱਚ ਉਹਦਾ ਜੀਵਨ ਜਿਹੜਾ ਆ ਬਸਰ ਹੋਣ ਲੱਗਦਾ ਹੈ। ਮਾਫ਼ ਕਰਨਾ, ਜੇ ਕਿਸੇ ਨੂੰ ਅਸੀਂ ਕਹੀਏ ਨਾ ਕਿ ਜ਼ਹਿਰ ਦਾ ਪਿਆਲਾ ਪੀ ਲਾ, ਤੇ ਇਨਸਾਨ ਕਦੀ ਨਹੀਂ ਪੀਏਗਾ, ਉਹਨੂੰ ਪਤਾ ਕਿ ਇਸ ਨੂੰ ਪੀਣ ਦੇ ਨਾਲ ਮੇਰੀ ਮੌਤ ਹੋ ਜਾਏਗੀ। ਪਰ ਗੁਰੂ ਪਾਤਸ਼ਾਹ ਕਹਿੰਦੇ ਆਤਮਿਕ ਤੌਰ ਦੇ ਉੱਤੇ ਤੂੰ ਪਤਾ ਨਹੀਂ ਕਿੰਨੇ ਜ਼ਹਿਰ ਦੇ ਪਿਆਲੇ ਜਿਹੜੇ ਆ ਰੋਜ਼ ਪੀ ਰਿਹਾ, ਜਿਨ੍ਹਾਂ ਵੱਲੋਂ ਬਿਲਕੁਲ ਸੁਚੇਤ ਨਹੀਂ ਹੈਗਾ। ਜਦੋਂ ਅਸੀਂ ਛੋਟੇ ਜਿਹੇ ਸੀ ਤੇ ਸਾਡੀਆਂ ਮੰਗਾਂ ਕੀ ਸੀ ਮਾਪਿਆਂ ਕੋਲੋਂ? ਸਾਨੂੰ ਟੁਆਇਸ ਚਾਹੀਦੇ, ਖਿਡੌਣੇ ਚਾਹੀਦੇ, ਸਾਨੂੰ ਟੌਫੀਆਂ ਚਾਹੀਦੀਆਂ। ਥੋੜ੍ਹੇ ਜਵਾਨ ਹੋ ਜਾਂਦੇ ਆ ਤੇ ਜੀਵਨ ਦੇ ਜਿਹੜੇ ਰਸ ਨੇ ਉਹ ਬਦਲ ਜਾਂਦੇ ਨੇ। ਫਿਰ ਬੁਢਾਪਾ ਆ ਜਾਂਦਾ, ਜੀਵਨ ਦੇ ਜਿਹੜੀਆਂ ਖਿੱਚਾਂ ਨੇ ਹੋਰ ਤਰੀਕੇ ਦੀਆਂ ਹੋ ਜਾਂਦੀਆਂ ਨੇ। ਇੱਥੇ ਸਾਨੂੰ ਸਮਝਣ ਦੀ ਲੋੜ ਆ ਸਾਧ ਸੰਗਤ ਜੀ ਕਿ ਮਨ ਦਾ ਸੁਭਾਅ ਨਹੀਂ ਬਦਲਦਾ, ਸਿਰਫ ਇਹਦੇ ਰਸ ਬਦਲਦੇ ਨੇ। ਬਚਪਨ ਦੇ ਵਿੱਚ ਇਹ ਖਿਡੌਣਿਆਂ ਦੀ ਮੰਗ ਕਰਦਾ ਆ, ਜਵਾਨ ਹੋ ਕੇ ਦੁਨਿਆਵੀ ਰਸਾਂ ਦੀ ਮੰਗ ਕਰਦਾ, ਤੇ ਜਦੋਂ ਬੁੱਢਾ ਹੋ ਜਾਂਦਾ ਆ ਉਦੋਂ ਵਿੱਚ ਇਹਦੀ ਮਾਇਆ ਦਾ ਜਿਹੜਾ ਜਾਲ ਆ ਉਹ ਹੋਰ ਵੱਡਾ ਹੋ ਜਾਂਦਾ। ਮਨ ਦਾ ਬੇਸਿਕ ਜਿਹੜਾ ਸੁਭਾਅ ਸੀ ਉਹ ਨਹੀਂ ਬਦਲਿਆ, ਸਿਰਫ ਇਹਦੇ ਰਸ ਕਸ ਬਦਲਦੇ ਨੇ। ਇਸ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ, ਤੁਰਨਾਪੋ ਵਿਖਿਅਨ ਸਿਉ ਖੋਇਓ ਬਾਲਪਨ ਅਗਿਆਨਾ, ਬਚਪਨ ਦੇ ਵਿੱਚ ਪਰ ਤੂੰ ਅਗਿਆਨ ਸੀ। ਅਸੀਂ ਮੰਨ ਸਕਦੇ ਹਾਂ ਕਿ ਬਚਪਨ ਦੇ ਵਿੱਚ ਤੈਨੂੰ ਇੰਨੀ ਸੋਝੀ ਨਹੀਂ ਸੀ ਹੈਗੀ, ਪਰ ਜਿਸ ਦਿਨ ਸੋਝੀ ਹੋਈ ਉਸ ਦਿਨ ਕੀ ਹੋਇਆ? ਵਿਕਾਰਾਂ ਦੇ ਨਾਲ, ਵਿਸ਼ਿਆਂ ਦੇ ਨਾਲ, ਇਸ ਜ਼ਹਿਰ ਦੇ ਨਾਲ ਤੇਰਾ ਜਿਹੜਾ ਜੀਵਨ ਸੀ ਉਹ ਗਲਤਾਨ ਹੋ ਗਿਆ। ਬਿਰਧ ਭਿਓ ਅਜੂ ਨਹੀਂ ਸਮਝੇ ਕੌਣ ਕੁਮਤ ਉਰਜਾਨਾ, ਕਹਿੰਦੇ ਮੌਤ ਤੇਰੇ ਸਿਰ ਤੇ ਮੰਡਰਾ ਰਹੀ ਆ। ਜਰਾ ਹਾਕਦੇ ਸਭ ਮਤ ਥਾਕੀ ਏਕ ਨਾ ਥਾਕਸ ਮਾਇਆ, ਕਿ ਤੂੰ ਬੁੱਢਾ ਵੀ ਹੋ ਗਿਆ ਪਰ ਤੇਰਾ ਜਿਹੜੀ ਦੁਨਿਆਵੀ ਖਿੱਚ ਆ ਨਾ ਸੰਸਾਰ ਦੀ, ਇਹ ਹਜੇ ਖਤਮ ਨਹੀਂ ਹੋਈ। ਤੇ ਇਸ ਤੋਂ ਬਾਅਦ ਜਿਹੜੀ ਗੁਰੂ ਪਾਤਸ਼ਾਹ ਆਪਣੀ ਬਾਣੀ ਦੇ ਵਿੱਚ, ਜਿਹੜੀ ਬਾਣੀ ਉਹਨਾਂ ਦੀ ਰਾਗਾਂ ਦੇ ਵਿੱਚ ਦਰਜ ਆ, ਉਹਦੇ ਵਿੱਚ ਜਿਹੜੀ ਸਭ ਤੋਂ ਆਖਿਰ ਤੇ ਤਾਕੀਦ ਕਰਦੇ ਨੇ, ਇਹ ਉਹੀ ਤਾਕੀਦ ਆ ਜਿਹੜੀ ਬਾਣੀ ਦੀ ਸ਼ੁਰੂਆਤ ਦੇ ਵਿੱਚ ਕੀਤੀ ਸੀ, ਸਾਧੋ ਮਨ ਕਾ ਮਾਨ ਤਿਆਗੋ। ਫਿਰ ਗੁਰੂ ਪਾਤਸ਼ਾਹ ਉਸ ਗੱਲ ਨੂੰ, ਉਸ ਉਪਦੇਸ਼ ਨੂੰ ਦੁਹਰਾਉਂਦੇ ਨੇ, ਰਾਮ ਭਗਤ ਹੀਏ ਆਣ ਛਾੜ ਦੇ ਤੈ ਮਨ ਕੋ ਮਾਨ, ਕਿ ਮਨ ਦੇ ਹੰਕਾਰ ਛੱਡ ਦੇ। ਗੁਰੂ ਦੀ ਸ਼ਰਨ ਦੇ ਵਿੱਚ ਆ ਜਾ, ਇਸ ਹੰਕਾਰ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਜੀਵਨ ਨਾ ਜੀ, ਕਿਉਂਕਿ ਹੰਕਾਰੀਆਂ ਨਿੰਦਕਾਂ ਪਿੱਠ ਦੇ, ਹੰਕਾਰੀਆਂ ਦੇ ਵੱਲ ਗੁਰੂ ਪਾਤਸ਼ਾਹ ਨੇ ਹਮੇਸ਼ਾ ਆਪਣੀ ਪਿੱਠ ਰੱਖੀ ਆ। ਤੇ ਜੇ ਗੁਰੂ ਦੀ ਸ਼ਰਨ ਦੇ ਵਿੱਚ ਆਉਣਾ, ਇਹ ਮਨ ਦੇ ਉੱਪਰ ਜਿੰਨੀਆਂ ਮੈਲਾਂ ਚੜੀਆਂ ਹੋਈਆਂ ਨੇ, ਹਮ ਵੱਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ, ਸੰਨਿਆਸੀ ਵਾਲੀ ਜਿਹੜੀ ਬਿਰਤੀ ਆ, ਇਹਨੂੰ ਛੱਡਣਾ ਪਏਗਾ। ਸਾਡੇ ਕੋਲ ਸਟੇਟਸ ਹੈਗਾ ਤੇ ਗੁਰੂ ਦੀ ਬਖਸ਼ਿਸ਼ ਸਮਝੀਏ। ਸੁਖਮਨੀ ਸਾਹਿਬ ਨੂੰ ਪੜ੍ਹਦੇ ਹਾਂ, ਗੁਰੂ ਪਾਤਸ਼ਾਹ ਤਾਕੀਦ ਕਰਦੇ ਨੇ, ਜੈ ਪ੍ਰਸਾਦ ਤੇਰਾ ਸੁੰਦਰ ਰੂਪ, ਜੈ ਪ੍ਰਸਾਦ ਬਸੇ ਸੁਖ ਮੰਦਰ, ਜੈ ਪ੍ਰਸਾਦ ਪਾਠ ਪਟੰਬਰ ਹੰਡਾਵੇ। ਉਹ ਸਾਰੀ ਸ਼ਬਦ ਨੂੰ ਪੜ੍ਹ ਕੇ ਦੇਖਣਾ ਗੁਰੂ ਪਾਤਸ਼ਾਹ ਦੀ ਉਸ ਪੌੜੀ ਨੂੰ, ਕਿ ਉਸ ਅਸ਼ਟਪਦੀ ਦੇ ਵਿੱਚ ਗੁਰੂ ਪਾਤਸ਼ਾਹ ਕਹਿੰਦੇ ਆ ਕਿ ਜੋ ਕੁਝ ਵੀ ਤੇਰੇ ਕੋਲ ਹੈਗਾ ਆ ਨਾ, ਇਸ ਨੂੰ ਵਾਹਿਗੁਰੂ ਦੀ ਬਖਸ਼ਿਸ਼ ਸਮਝ। ਜਦੋਂ ਬਖਸ਼ਿਸ਼ ਸਮਝਾਂਗੇ ਤੇ ਉਦੋਂ ਫਿਰ ਹੰਕਾਰੀ ਨਹੀਂ ਬਣਾਂਗੇ, ਉਦੋਂ ਵਾਹਿਗੁਰੂ ਦੇ ਹੁਕਮ ਦੇ ਵਿੱਚ ਆਵਾਂਗੇ, ਉਦੋਂ ਜਿਹੜੀ ਨਿਮਰਤਾ ਆ, ਨਿਰਮਾਨਤਾ ਆ ਸਾਡੇ ਅੰਦਰ, ਉਹ ਵਸੇਗੀ। ਤੇ ਗੁਰਬਾਣੀ ਦੇ ਵਿੱਚ ਜਿਹੜਾ ਭਗਤੀ ਦਾ ਰਸਤਾ ਆ, ਗੁਰੂ ਪਾਤਸ਼ਾਹ ਕਹਿੰਦੇ ਵਿਣ ਗੁਣ ਕੀਤੇ ਭਗਤ ਨਾ, ਕਿ ਭਗਤੀ ਨੂੰ ਧਾਰਨ, ਗੁਣਾਂ ਨੂੰ ਧਾਰਨ ਕਰਨ ਤੋਂ ਬਗੈਰ ਜਿਹੜੀ ਇਹ ਭਗਤੀ ਆ, ਇਸ ਮਾਰਗ ਤੇ ਨਹੀਂ ਚੱਲਿਆ ਜਾਣਾ। ਰਾਮ ਭਗਤ ਹੀਏ ਆਣ, ਆਪਣੇ ਹਿਰਦੇ ਦੇ ਵਿੱਚ ਉਸ ਵਾਹਿਗੁਰੂ ਦੀ ਭਗਤੀ ਨੂੰ ਧਾਰਨ ਕਰ, ਛਾੜ ਦੇ ਤੈ ਮਨ ਕੋ ਮਾਣ, ਆਪਣੇ ਮਨ ਦੇ ਉੱਤੇ ਜਿਹੜਾ ਹੰਕਾਰ ਚੜਿਆ ਇਸ ਨੂੰ ਛੱਡ ਦੇ। ਨਾਨਕ ਜਨ ਇਹ ਬਖਾਨ ਜਗ ਮੇ ਬਿਰਾਜ ਰੇ, ਜੇ ਜੀਵਨ ਦੇ ਵਿੱਚ, ਸੰਸਾਰ ਦੇ ਵਿੱਚ ਜਿਉਣਾ ਨਾ, ਇਸ ਗੱਲ ਨੂੰ ਗੁਰੂ ਪਾਤਸ਼ਾਹ ਕਹਿੰਦੇ ਬਾਰ-ਬਾਰ ਤਾਕੀਦ ਕਰ, ਕਿਉਂਕਿ ਮਨ ਦਾ ਜਿਹੜਾ ਸੁਭਾਅ ਹੈਗਾ ਆ ਨਾ, ਇਸ ਨੂੰ ਇੱਕਦਮ ਨਹੀਂ ਬਦਲਿਆ ਜਾ ਸਕਦਾ। ਇਸ ਨੂੰ ਬਾਰ-ਬਾਰ ਉਹ ਗੱਲ ਸਮਝਾਉਣੀ ਪਏਗੀ ਤੇ ਗੁਰੂ ਸ਼ਬਦ ਨੂੰ ਵਿਚਾਰਨਾ ਪਏਗਾ, ਗੁਰੂ ਦੀ ਹਜ਼ੂਰੀ ਦੇ ਵਿੱਚ ਆਉਣਾ ਪਏਗਾ, ਤੇ ਫਿਰ ਜਾ ਕੇ ਜਿਹੜੇ ਸਾਨੂੰ ਜ਼ਿੰਦਗੀ ਦੇ ਸੱਚ ਨੇ ਉਹਨਾਂ ਦਾ ਪਤਾ ਲੱਗੂਗਾ। ਸਾਧ ਸੰਗਤ ਜੀ, ਅਸੀਂ 400 ਸਾਲਾ ਗੁਰਪੁਰਬ ਮਨਾ ਰਹੇ ਹਾਂ, 1 ਮਹੀਨੇ ਤੋਂ ਘੱਟ ਦਾ ਸਮਾਂ ਰਹਿ ਗਿਆ ਸਾਡੇ ਕੋਲ। ਤੇ ਜਦੋਂ ਇਹ ਵਿਚਾਰਾਂ ਦੀ ਲੜੀ ਸ਼ੁਰੂ ਹੋਈ ਸੀ, ਉਸ ਦੇ ਸ਼ੁਰੂਆਤ ਵਿੱਚ ਵੀ ਇੱਕ ਬੇਨਤੀ ਕੀਤੀ ਸੀ ਕਿ ਨਿੱਜੀ ਤੌਰ ਦੇ ਉੱਤੇ ਅਸੀਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਜਿਹੜਾ ਪ੍ਰਕਾਸ਼ ਪੁਰਬ ਆ ਉਹ ਕਿਸ ਤਰ੍ਹਾਂ ਮਨਾਉਣਾ ਹੈਗਾ। ਤੇ ਅੱਜ ਤਕਰੀਬਨ ਇੱਕ ਕਮਿਟਮੈਂਟ ਕਰਕੇ ਜਾਈਏ ਸਾਰੇ ਕਿ ਇਹਨਾਂ ਦਿਨਾਂ ਦੇ ਵਿੱਚ ਗੁਰੂ ਪਾਤਸ਼ਾਹ ਦੇ ਜਿਹੜੇ ਸਲੋਕ ਹੈਗੇ ਨੇ, ਐਟਲੀਸਟ ਉਹਨਾਂ ਦਾ ਪਾਠ ਹੀ ਕਰ ਲਈਏ। ਜਿਹੜੀ ਬਾਣੀ ਹੈਗੀ ਆ ਉਹਦਾ ਪਾਠ ਹੀ ਆਪਾਂ ਕਰ ਲਈਏ। ਹੁਣ ਤੇ ਸਾਡੇ ਕੋਲ ਸਾਧਨ ਵੀ ਇੰਨੇ ਨੇ, YouTube ਦੇ ਉੱਤੇ ਹੈਗੇ ਆ, ਜੇ ਕੋਈ ਨਹੀਂ ਕਰ ਸਕਦਾ ਤੇ YouTube ਤੋਂ ਐਟਲੀਸਟ ਆਪਾਂ ਸੁਣ ਸਕਦੇ ਹਾਂ।
ਇਹ ਕਮਿਟਮੈਂਟ ਅੱਜ ਆਪਾਂ ਗੁਰੂ ਪਾਤਸ਼ਾਹ ਦਾ 400 ਸਾਲਾ ਜਿਹੜਾ ਗੁਰਪੁਰਬ ਆ ਉਹ ਮਨਾਉਣ ਦੇ ਲਈ ਸਾਰੇ ਕਰਕੇ ਜਾਈਏ। ਗੁਰੂ ਸ਼ਬਦ ਦੀ ਵਿਚਾਰ ਕਰਦੇ ਹਾਂ, ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ। ਗੁਰੂ ਪਾਤਸ਼ਾਹ ਸਾਧ ਸੰਗਤ ਬਖਸ਼ਣਯੋਗ ਆ, ਬਖਸ਼ ਲੈਣਾ ਜੀ। ਭੁੱਲ ਚੁੱਕ ਦੀ ਖਿਮਾ ਦਿਓ ਅਸੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।